ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਕਲਗੀਆਂ ਵਾਲੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਮਾਤਾ ਜੀਤੋ ਜੀ ਨੂੰ ਵਿਆਹ ਕੇ ਗੁਰੂ ਕੇ ਲਾਹੌਰ ਤੋਂ ਸਮੁੱਚੀ ਬਰਾਤ ਸਹਿਤ ਸ੍ਰੀ ਅਨੰਦਪੁਰ ਸਾਹਿਬ ਨਗਰੀ ਸਤਿਗੁਰੂ ਜੀ ਪਧਾਰੇ ਹੈ। ਸ੍ਰੀ ਅਨੰਦਪੁਰ ਸਾਹਿਬ ਨਗਰੀ ਵਿੱਚ ਮਾਤਾ ਗੁਜਰੀ ਜੀ ਵੱਲੋਂ ਬਹੁਤ ਖੁਸ਼ੀਆਂ ਮੰਗਲ ਤੇ ਨਾਨਾ ਤਰ੍ਹਾਂ ਦੇ ਖੇੜੇ ਮਨਾਏ ਗਏ ਆ। ਗੁਰ ਮਰਜ਼ਾਦਾ ਸਾਰੀ ਸੰਪੰਨ ਕੀਤੀ ਹੈ। ਰਾਤ ਵਿਸ਼ਰਾਮ ਕਰਕੇ ਤੇ ਸਵੇਰ ਹੋਈ ਹੈ। ਸਤਿਗੁਰਾਂ ਦੀਵਾਨ ਲਾਇਆ। ਦੀਵਾਨ ਵਿੱਚ ਸਮੂਹ ਜਿੰਨੇ ਵੀ ਗੁਰਸਿੱਖ ਵਿਆਹ ਵਿੱਚ ਇਕੱਤਰਤ ਹੋਏ ਸਨ, ਸੰਬੰਧੀ ਗਣ, ਜਿਤਨੇ ਵੀ ਰਿਸ਼ਤੇਦਾਰ ਸੰਗਤਾਂ, ਬੇਦੀ ਤੇਣ ਭੱਲੇ ਸੋਢੀ ਆਦਿ ਕਰਕੇ ਉਹ ਸਾਰੇ ਗੁਰਾਂ ਦੇ ਦੀਵਾਨ ਵਿੱਚ ਉਪਸਥਿਤ ਹਾਜ਼ਰ ਹੋਏ ਹੈ। ਤਾਂ ਉੱਥੇ ਹੀ ਇੱਕ ਬਾਣੀਆ ਜੋ ਕਿ ਬੜਾ ਵਿਆਕੁਲ ਹੈ, ਦੁਖੀ ਹੈ ਤੇ ਫਰਿਆਦ ਲੈ ਕੇ ਆਇਆ ਗੁਰਾਂ ਦੇ ਦਰਬਾਰ ਵਿੱਚ ਗੁਹਾਰਾਂ ਦਿੰਦਾ, ਫਰਿਆਦਾਂ ਕਰਦਾ ਕਿ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੀ ਦੁਹਾਈ, ਮੈਂ ਲੁੱਟਿਆ ਗਿਆ, ਮਾਰਿਆ ਗਿਆ, ਮੇਰੇ ਪੱਲੇ ਕੱਖ ਨਹੀਂ ਰਿਹਾ। ਮੈਂ ਸਤਿਗੁਰਾਂ ਦੇ ਸੱਦਣ ਤੋਂ ਇੱਥੇ ਆਇਆ ਸੀ ਅਨੰਦਪੁਰ ਸਾਹਿਬ ਨਗਰੀ। 500 ਰੁਪਈਆ ਮੇਰੀ ਪੂੰਜੀ ਸੀ, ਮੈਂ ਪਿੰਡੋਂ ਲੈ ਕੇ ਆਇਆ ਸੀ। ਇੱਥੇ ਆ ਕੇ ਮੈਂ ਵਪਾਰ ਕੀਤਾ ਗੁਰੂ ਹੁਕਮ ਨਾਲ ਤੇ 200 ਰੁਪਈਆ ਮੈਨੂੰ ਲਾਭ ਵੀ ਮਿਲਿਆ। 700 ਰੁਪਈਏ ਦੀ ਭਰੀ ਥੈਲੀ ਮੇਰੀ ਚੋਰ ਚੁਰਾ ਕੇ ਲੈ ਗਿਆ। ਮੈਂ ਨਹੀਂ ਬਚਦਾ, ਮੇਰਾ ਤੇ ਸਰਬੰਸ ਸਭ ਕੁਝ ਹੀ ਲੁੱਟਿਆ ਗਿਆ, ਪੱਲੇ ਹੀ ਮੇਰੇ ਕੱਖ ਨਹੀਂ ਰਿਹਾ। ਗਰੀਬ ਤਾਂ ਸੀ ਮੈਂ ਤੇ ਮਸਾਂ ਆਪਣਾ ਤੇ ਪਰਿਵਾਰ ਦਾ ਗੁਜ਼ਰ ਕਰਦਾ ਸੀ। ਹੁਣ ਮੈਨੂੰ ਕਿਹਦਾ ਆਸਰਾ ਹੈ? ਕਲਗੀਧਰ ਪਾਤਸ਼ਾਹ ਦੀ ਦੁਹਾਈ, ਮੈਂ ਗੁਰਾਂ ਦੇ ਦਰਬਾਰ ਅੱਗੋਂ ਟਹਿ ਪਿਆ ਹਾਂ। ਇਉਂ ਗੁਰੂ ਦਰਬਾਰ ਅੱਗੋਂ ਫਰਿਆਦਾਂ ਕਰਦਾ ਹੈ। ਇਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਸਤਿਗੁਰ ਤੁਮਰੇ ਪੁਰ ਮਾਹੀ। ਕਹਿਣ ਲੱਗਾ ਸਤਿਗੁਰੂ ਜੀ, ਤੁਹਾਡੀ ਪੁਰੀ ਵਿੱਚ, ਤੁਹਾਡੀ ਨਗਰੀ ਵਿੱਚ ਹੋਤ ਭਇਓ ਨੁਕਸਾਨ ਮਹਾਹੀ। ਮੇਰਾ ਤੇ ਬੜਾ ਵੱਡਾ ਨੁਕਸਾਨ ਹੋ ਗਿਆ। ਤੁਹਾਡੀ ਨਗਰੀ ਵਿੱਚ
ਮੈਨੂੰ ਬਹੁਤ ਵੱਡਾ ਘਾਟਾ ਪੈ ਗਿਆ, ਮੇਰਾ ਤੇ ਬੜਾ ਵੱਡਾ ਨੁਕਸਾਨ ਹੋ ਗਿਆ। ਤੁਮ ਬਿਨ ਕਿਸ ਢਿਗ ਕਰਉ ਪੁਕਾਰਾ। ਤੇ ਤੁਹਾਡੇ ਬਿਨਾਂ ਕਿਹਦੇ ਅੱਗੋਂ ਮੈਂ ਪੁਕਾਰ ਕਰਾਂ, ਫਰਿਆਦ ਕਰਾਂ। ਤੁਹਾਡੇ ਅੱਗੋਂ ਹੀ ਮੇਰੀ ਤੇ ਫਰਿਆਦ ਹੈ। ਹਤਿਓ ਗਇਓ ਮੈਂ ਧਨ ਖੁਐ ਸਾਰਾ। ਮੈਂ ਤੇ ਮਾਰਿਆ ਗਿਆ, ਲੁੱਟਿਆ ਗਿਆ। ਮੇਰਾ ਤੇ ਸਾਰਾ ਧਨ ਜਿਹੜਾ ਸੀ ਉਹ ਖੁੱਸ ਗਿਆ, ਗਵਾਚ ਗਿਆ, ਚੋਰ ਚੁਰਾ ਕੇ ਲੈ ਗਿਆ। ਰਾਵਰ ਹੋ ਸਮਰੱਥ ਸਭ ਭਾਂਤੀ। ਤੇ ਆਪ ਜੀ ਤਾਂ ਸਭ ਤਰ੍ਹਾਂ ਦੇ ਨਾਲ ਸਮਰੱਥ ਹੋ, ਅੰਤਰਜਾਮੀ ਹੋ, ਸਰਬੱਗੋ। ਨਹਿ ਜੀਵਨ ਮਮ ਕਿਮ ਬਿਨ ਥਾਤੀ। ਬਿਨਾ ਧਨ ਦੀ ਥੈਲੀ ਪ੍ਰਾਪਤ ਹੋਏ ਮੇਰਾ ਜੀਵਨ ਨਹੀਂ ਹੈ। ਹੁਣ ਮੈਂ ਨਹੀਂ ਜੀ ਪਾਵਾਂਗਾ। ਕਿਵੇਂ ਆਪਣੇ ਕੁਟੁੰਬ ਪਰਿਵਾਰ ਦਾ ਗੁਜ਼ਰ ਨਿਰਵਾਹ ਕਰਾਂਗਾ ਮੈਂ। ਮੇਰੇ ਪ੍ਰਾਣ ਬਿਨਸ ਜਾਣਗੇ ਹੁਣ ਜੇ ਮੈਨੂੰ ਮੇਰਾ ਧਨ, ਉਹ ਧਨ ਦੀ ਭਰੀ ਥੈਲੀ ਮੈਨੂੰ ਨਾ ਮਿਲੀ। ਸਭ ਸੁਖ ਦਾਤਾ ਤੁਮ ਕੋ ਜਾਨਾ। ਸਤਿਗੁਰੂ ਜੀ ਆਪ ਜੀ ਨੂੰ ਸਾਰੇ ਸੁੱਖਾਂ ਦੇ ਦਾਤੇ ਜਾਣਿਆ ਹੈ। ਤੁਸੀਂ ਸਾਰੇ ਸੁੱਖਾਂ ਦੇ ਦਾਤੇ ਹੋ। ਬਿਨ ਬਿਲੰਬ ਹਮ ਆਵਨ ਠਾਨਾ। ਤੇ ਬਿਨਾ ਬਿਲੰਬ, ਬਿਨਾ ਦੇਰੀ ਤੋਂ ਆਪ ਜੀ ਦੇ ਆਮੰਤਰਿਤ ਕਰਨ ਤੋਂ, ਸੱਦਣ ਤੋਂ ਆਪ ਜੀ ਦੀ ਹਜ਼ੂਰੀ ਵਿੱਚ ਅਸੀਂ ਹਾਜ਼ਰ ਹੋਏ। ਆਪ ਜੀ ਨੂੰ ਸੁੱਖਾਂ ਦੇ ਦਾਤੇ ਲਖਿਆ। ਇਹੀ ਕਾਰਨ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ, ਹਾਜ਼ਰ ਹੋਏ। ਸਗਰੇ ਘਰ ਗਮਨੇ ਹਰ ਖਾਏ। ਜਿੰਨੇ ਵੀ ਬਾਣੀਏ ਆਏ ਹੈ, ਦੁਕਾਨਦਾਰ ਆਏ ਹੈ, ਸਾਰਿਆਂ ਨੇ ਬੜੀ ਪ੍ਰਸੰਨਤਾ ਨਾਲ, ਖੁਸ਼ੀ ਨਾਲ ਮੁਨਾਫਾ ਪ੍ਰਾਪਤ ਕਰਕੇ ਘਰੋਂ ਘਰੀ ਜਾਣਾ। ਜਾਂ ਕੋਈ ਜਾ ਰਹੇ, ਕੋਈ ਜਾਣਗੇ। ਮੈਂ ਸੰਕਟ ਜੁਤ ਜਾਉ ਕਿਥਾਏ। ਮੈਂ ਏਡੇ ਵੱਡੇ ਸੰਕਟ ਦੇ ਸਹਿਤ ਕਿੱਥੇ ਜਾਵਾਂਗਾ। ਘਰੇ ਜੇ ਗਿਆ ਤੇ ਘਰੇ ਕੀ ਲੈ ਕੇ ਜਾਵਾਂਗਾ। ਬੱਚੇ ਐ, ਪਰਿਵਾਰ ਹੈ, ਮੈਂ ਕੀ ਲੈ ਕੇ ਜਾਵਾਂਗਾ ਉਹਨਾਂ ਕੋਲ। ਕਿ ਲਾਭ ਵੀ ਨਹੀਂ ਮਿਲਿਆ ਤੇ ਪੂੰਜੀ ਵੀ ਗਵਾਇਆ। ਮੇਰੀ ਤੇ ਆਪ ਜੀ ਦੇ ਚਰਨਾਂ ਵਿੱਚ ਦੁਹਾਈ ਹੈ ਬਾਦਸ਼ਾਹ। ਮਰੋ ਪ੍ਰਭੂ ਜੀ ਤੁਮਰੇ ਪੌਰ। ਮੈਂ ਨਹੀਂ ਹੁਣ ਕਿਧਰੇ ਜਾਂਦਾ। ਮੈਂ ਤੇ ਤੁਹਾਡੇ ਪੌਰ, ਤੁਹਾਡੇ ਦਰਵਾਜ਼ੇ ਦੇ ਅੱਗੇ ਹੀ ਇੱਥੇ ਹੀ ਮਰ ਜਾਵਾਂਗਾ। ਧਨ ਬਹੀਨ ਮੁਝ ਅਪਰ ਨਾ ਠੌਰ। ਧਨ ਤੋਂ ਬਿਨਾ ਮੈਨੂੰ ਕੋਈ ਦੂਜੀ ਠੌਰ ਜਗ੍ਹਾ ਟਿਕਾਣਾ ਦਿਸਦਾ ਨਹੀਂ। ਤੇ ਤੁਹਾਡੀ ਸ਼ਰਨ ਚ ਆਇਆ, ਹੁਣ ਇਹ ਦਰ ਨਹੀਂ ਛੱਡ ਕੇ ਮੈਂ ਜਾਂਦਾ। ਸ਼੍ਰੀ ਕਲਗੀਧਰ ਕਿਰਪਾ ਵਸ਼ੇਖਾ। ਧੰਨ ਕਲਗੀਧਰ ਪਾਤਸ਼ਾਹ ਜੋ ਕਿਰਪਾ ਦੇ ਘਰ ਹਨ, ਦਇਆ ਦੇ ਘਰ ਹਨ। ਦੁਖ ਤੇ ਬਨਿਆ ਵਿਆਕੁਲ ਦੇਖਾ। ਸਤਿਗੁਰਾਂ ਵੇਖਿਆ ਕਿ ਬਾਣੀਆਂ ਧਨ ਖੁਸ ਜਾਣੇ ਕਰਕੇ ਬੜਾ ਵਿਆਕੁਲ ਹੈ, ਬੜਾ ਵਿਹਵਲ ਤੇ ਬੜਾ ਦੁਖੀ ਹੈ। ਹਮਰੇ ਹਿਤ ਇਹ ਸਭ ਚਲ ਆਏ। ਤੇ ਸਤਿਗੁਰੂ ਜੀ ਵਿਚਾਰਦੇ ਹੈ ਕਿ ਜਿੰਨੇ ਵੀ ਇਹ ਦੁਕਾਨਦਾਰ ਆਏ ਹੈ, ਸਾਡੇ ਹੇਤੂ ਹੀ ਇਹਨਾਂ ਨੇ ਆਉਣਾ ਕੀਤਾ। ਅਸੀਂ ਸੱਦਿਆ ਤੇ ਪ੍ਰੇਮ ਕਰਕੇ ਇਹ ਸਾਡੇ ਕੋਲ ਆਏ। ਨਿਜ ਨਿਜ ਧਨ ਲੈ ਕਰ ਸਮੁਦਾਏ। ਫਿਰ ਆਪੋ ਆਪਣਾ ਧਨ ਲੈ ਕੇ, ਆਪੋ ਆਪਣੀ ਪੂੰਜੀ ਲੈ ਕੇ ਆਏ। ਯੋਗ ਲੋਕਨ ਕੇ ਸੁਖ ਕੋ ਚਾਹਤ। ਤੇ ਗੁਰੂ ਹੁਕਮ ਵਿੱਚ ਚੱਲ ਕੇ ਤਥਾ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋ ਕੇ, ਗੁਰੂ ਦੀ ਹਜ਼ੂਰੀ ਵਿੱਚ ਹਾਜ਼ਰੀ ਭਰ ਕੇ ਦੋਨਾਂ ਲੋਕਾਂ ਦੇ ਸੁਖ ਸਿੱਖ ਲੋੜਦੇ ਹੈ। ਸਿੱਖ ਚਾਹੁੰਦੇ ਹੈ ਕਿ ਗੁਰੂ ਦੇ ਦਰ ਤੋਂ ਸਾਨੂੰ ਦੋਨਾਂ ਲੋਕਾਂ ਦੇ ਸੁਖ ਪ੍ਰਾਪਤ ਹੋਣ।
ਹਮਰੇ ਦਰਸ਼ਨ ਹੇਤ ਉਮਾਹਤ। ਤੇ ਦੋਨੋਂ ਲੋਕਾਂ ਦੇ ਸੁੱਖਾਂ ਦੀ ਪ੍ਰਾਪਤੀ ਦੀ ਇੱਛਾ ਲੈ ਕੇ ਸਾਡੇ ਦਰਸ਼ਨਾਂ ਵਾਸਤੇ ਬੜੇ ਉਮਾਹਤ ਰਹਿੰਦੇ ਆ ਸਿੱਖ, ਉਤਸ਼ਾਹਤ ਰਹਿੰਦੇ ਆ। ਇਹ ਵੀ ਬੜੇ ਉਤਸ਼ਾਹ ਤੇ ਉਤਕੰਠਾ ਨਾਲ ਆਏ ਸਨ। ਬਿਗਨ ਪਰ ਹੈ ਜੇ ਸੰਕਟ ਲਹੈ। ਤੇ ਜੇ ਕੋਈ ਵਿਘਨ ਪੈ ਜਾਵੇ, ਜਿਸ ਵਿਘਨ ਕਾਰਨ ਇਹ ਸਿੱਖਾਂ ਨੂੰ, ਸੇਵਕਾਂ ਨੂੰ, ਸਾਡੀ ਸ਼ਰਨ ਆਉਣ ਵਾਲਿਆਂ ਨੂੰ ਭਾਰੀ ਵੱਡਾ ਸੰਕਟ ਵਿਆਪ ਜਾਵੇ, ਤਉ ਆਵਨ ਨਿਸ਼ਫਲ ਹੀ ਕਹਿ। ਤਾਂ ਫਿਰ ਸਿੱਖ ਗੁਰੂ ਦਰ ਤੇ ਆਉਣਾ ਤੇ ਨਿਸ਼ਫਲ ਹੀ ਕਹਿਣਗੇ ਨਾ। ਕਿ ਗੁਰੂ ਦਰ ਤੇ ਜਾਣ ਦਾ ਲਾਭ ਕੀ ਹੋਇਆ? ਗੁਰੂ ਦਰ ਤੇ ਜਾਣ ਦਾ ਤੇ ਇਹੀ ਲਾਭ ਸੀ ਨਾ ਕਿ ਦੁੱਖ ਪਰ ਹਰ ਸੁਖ ਘਰ ਲੈ ਜਾਏ। ਪਰ ਜੇ ਗੁਰੂ ਦਰ ਤੇ ਆ ਕੇ ਵੀ ਦੁਖੀ ਹੀ ਘਰ ਨੂੰ ਜਾਣਾ ਤੇ ਫਿਰ ਇੱਥੇ ਆਉਣ ਦਾ ਲਾਭ ਕੀ ਹੋਇਆ? ਇਤਿਆਦਿਕ ਸਤਿਗੁਰੂ ਵਿਚਾਰਾ। ਇਤਿਆਦ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਵਿਚਾਰ ਕੀਤੀ। ਸੁਨਤ ਸਭਨ ਕੇ ਊਚਾ ਉਚਾਰਾ। ਸਾਰੀ ਸੰਗਤ ਸੁਣ ਰਹੀ ਹੈ ਤੇ ਸਤਿਗੁਰਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, ਮਤ ਰੁਦਨਹ ਰੇ ਬਨਕ ਸਿਆਣੇ। ਇਹ ਸਿਆਣੇ ਬਾਣੀਏ ਗੁਰਸਿੱਖ, ਭਾਈ ਰੋਈਦਾ ਨਹੀਂ ਹੈ, ਇਹ ਮਿਰਲਾਪ ਨਾ ਕਰ। ਤੋਰ ਦਰਬ ਕੋ ਦੇਹ ਨਾ ਜਾਣੇ। ਤੇਰਾ ਧਨ ਗੁਰੂ ਕਿਧਰੇ ਜਾਣ ਨਹੀਂ ਦੇਣਗੇ, ਤੇਰਾ ਧਨ ਗਵਾਚਣ ਨਹੀਂ ਦੇਣਗੇ ਸਤਿਗੁਰੂ। ਸਿੱਖ ਸੰਗਤ ਢਿਗ ਜੇ ਦੁਖ ਪਾਵੈ। ਜੇ ਸਾਡੇ ਕੋਲ ਸਾਡੀ ਸੰਗਤ, ਸਾਡੀ ਹਜ਼ੂਰੀ ਵਿੱਚ ਸਾਡੇ ਕੋਲ ਹੀ ਦੁਖੀ ਹੋਈ ਜਾਵੇ, ਆਪ ਸਾਡੀ ਹਜ਼ੂਰੀ ਵਿੱਚ ਹੀ ਸੰਗਤ ਨੂੰ ਦੁੱਖ ਝੱਲਣੇ ਪੈਣ, ਤਉ ਪਰਲੋਕ ਮਹਿ ਕਿਮਹ ਬਚਾਵੈ। ਤੇ ਫਿਰ ਗੁਰੂ ਪ੍ਰਲੋਕ ਵਿੱਚ ਕਿਵੇਂ ਬਚਾ ਸਕੇਗਾ? ਜੇ ਲੋਕ ਵਿੱਚ ਵੀ ਸਿੱਖਾਂ ਦਾ ਸਹਾਇਕ ਨਹੀਂ ਹੋ ਸਕਦਾ ਗੁਰੂ, ਤੇ ਗੁਰੂ ਪ੍ਰਲੋਕ ਵਿੱਚ ਕਿਵੇਂ ਰੱਖਿਅਕ ਹੋਵੇਗਾ? ਦੇਨ ਆਨੰਦ ਕੇ ਹੇਤ ਹਕਾਰੇ। ਅਸੀਂ ਤੁਹਾਨੂੰ ਸਾਰਿਆਂ ਨੂੰ ਜੇ ਇੱਥੇ ਸੱਦਿਆ ਸੀ ਤੇ ਆਨੰਦ ਦੇਣ ਵਾਸਤੇ, ਖੁਸ਼ੀਆਂ ਦੇਣ ਵਾਸਤੇ, ਖੇੜੇ ਤੇ ਪ੍ਰਸੰਨਤਾ ਦੇਣ ਵਾਸਤੇ ਤੁਹਾਨੂੰ ਸੱਦਿਆ ਸੀ। ਜੇ ਘਰ ਪਹੁੰਚਾ ਹੋ ਦੁਖਾਰੇ। ਤੇ ਜੇ ਦੁਖੀ ਹੋ ਕੇ ਘਰੇ ਜਾਓਗੇ ਤੁਸੀਂ, ਤੁਹਾਨੂੰ ਦੁਖੀ ਹੋ ਕੇ ਘਰੇ ਜਾਣਾ ਪਵੇ ਜੇ, ਤਉ ਗੁਰ ਦਰਸ਼ਨ ਫਲ ਕਿਆ ਭਇਓ। ਤੇ ਫਿਰ ਸਤਿਗੁਰਾਂ ਦੇ ਦਰਸ਼ਨਾਂ ਦਾ ਫਲ ਹੀ ਕੀ ਪ੍ਰਾਪਤ ਹੋਇਆ? ਫਿਰ ਤੇ ਗੁਰੂ ਦਰਸ਼ਨਾਂ ਦਾ ਲਾਭ ਹੀ ਨਾ ਮਿਲਿਆ। ਜੇ ਨਾ ਹਰਖ ਕਰ ਨਿਜ ਘਰ ਗਇਓ। ਜੇ ਗੁਰੂ ਦਰ ਤੇ ਆ ਕੇ ਵੀ ਖੁਸ਼ੀਆਂ ਨਾਲ ਘਰੇ ਨਹੀਂ ਗਏ, ਪ੍ਰਸੰਨਤਾ ਪੂਰਵਕ ਘਰੇ ਨਹੀਂ ਗਏ, ਤੇ ਫਿਰ ਤੇ ਆਉਣਾ ਨਿਸ਼ਫਲ ਹੀ ਹੋਇਆ ਨਾ। ਤੇ ਜੇ ਸਾਡੇ ਹੁੰਦਿਆਂ ਹੋਇਆਂ ਵੀ ਸਾਡੀ ਹਜ਼ੂਰੀ ਵਿੱਚ ਸਿੱਖ ਦੁਖੀ ਰਹਿਣ, ਤੇ ਫਿਰ ਸਾਡੀ ਹਜ਼ੂਰੀ ਵਿੱਚ ਸਿੱਖਾਂ ਨੂੰ ਰਹਿਣ ਦਾ ਲਾਭ ਕੀ ਹੈ? ਜਾਂ ਫਿਰ ਸਾਡਾ ਹੀ ਕੀ ਲਾਭ ਹੈ ਜੇ ਅਸੀਂ ਸਿੱਖਾਂ ਨੂੰ ਸੁਖ ਹੀ ਨਹੀਂ ਪ੍ਰਦਾਨ ਕਰ ਸਕਦੇ? ਏਕ ਦੇਸ਼ ਖਰੇ ਸਿਪਾਹੀ ਹੇਰੇ। ਇਸ ਤਰ੍ਹਾਂ ਕਹਿੰਦਿਆਂ ਹੋਇਆਂ ਸਤਿਗੁਰਾਂ ਨੇ ਇੱਕ ਪਾਸੇ ਜਿਹੜੇ ਸਿਪਾਹੀ ਗੁਰਸਿੱਖ ਖਲੋਤੇ ਹੋਏ ਸਨ ਫੌਜ ਵਿਚਲੇ, ਸਭ ਕੇ ਸੁਨਤਾ ਕਹਿਓ ਤਿਸ ਬੇਰੇ। ਸਾਰੀ ਸੰਗਤ ਦੇ ਸੁਣਦਿਆਂ ਹੋਇਆਂ ਜਿਹੜੇ ਸਤਿਗੁਰਾਂ ਦੇ ਸਿਪਾਹੀ ਸੂਰਮੇ ਆ, ਉਹਨਾਂ ਨੂੰ ਗੁਰਾਂ ਨੇ ਆਦੇਸ਼ ਦਿੱਤਾ, ਆਗਿਆ ਦਿੱਤੀ, ਹੁਕਮ ਕੀਤਾ, ਅਮੁਕ ਸਦਨ ਹੈ ਤਸਕਰ ਕੇਰਾ। ਗੁਰਸਿੱਖੋ ਸ਼ੀਘਰਤਾ ਨਾਲ ਜਾਓ ਤੇ ਫਲਾਣੇ ਘਰ ਦੇ ਵਿੱਚ ਤਸਕਰ ਬੈਠਾ ਹੋਇਆ, ਜਿਹੜਾ ਚੋਰ ਜਿਹਨੇ ਧਨ ਚੁਰਾਇਆ ਹੈ ਨਾ, ਉਹ ਫਲਾਣੇ ਫਲਾਣੇ ਘਰ ਵਿੱਚ ਹੈ। ਹਾਥੀ ਧਰੀ ਜਾਏ ਲਿਹੋ ਹੇਰਾ। ਤੇ
ਉਹਨੇ ਘਰ ਦੇ ਵਿੱਚ ਧਨ ਦੀ ਥੈਲੀ ਰੱਖੀ ਹੋਈ ਲੁਕਾ ਕੇ, ਤੇ ਜਾਓ ਜਾ ਕੇ ਲਿਆਓ ਉਹਦੇ ਕੋਲੋਂ। ਦਖਨ ਦੇਸ਼ ਦੀਵਾਰ ਮਹਿ ਤਾਕੀ। ਜਿਹੜੇ ਘਰ 'ਚ ਚੋਰ ਬੈਠਾ ਹੈ, ਉਹ ਘਰ ਦੀ ਜਿਹੜੀ ਦੱਖਣ ਦੀ ਦਿਸ਼ਾ ਵਾਲੀ ਦੀਵਾਰ ਹੈ, ਉਹ ਦੱਖਣ ਦੀ ਦਿਸ਼ਾ ਵਾਲੀ ਦੀਵਾਰ ਵਿੱਚ ਇੱਕ ਤਾਕੀ ਹੈ, ਇੱਕ ਤਾਕੀ ਹੈ, ਬਾਰੀ ਹੈ, ਉਹਦੇ ਵਿੱਚ ਧਨ ਦੀ ਥੈਲੀ ਪਈ ਹੈ। ਔਚਕ ਜਾਏ ਨਿਕਾਸ ਹਵਾ ਕੀ। ਤੇ ਅਚਨਾ ਜਿਦ ਜਾਣਾ ਤੁਸਾਂ, ਤੇ ਸਿੱਧਾ ਜਾਂਦੇ ਹੋ ਉਹ ਬਾਰੀ ਚੋਂ ਧਨ ਦੀ ਥੈਲੀ ਪਹਿਲੋਂ ਫੜਨੀ ਹੈ। ਦੇਹੁ ਮੁਸ਼ਕੈ ਗਹਿ ਤਰਜੋ ਤਾਹੀ। ਉਪਰੰਤ ਫਿਰ ਉਹਨੂੰ ਪਕੜ ਲਓ, ਉੱਥੇ ਹੀ ਬੈਠਾ ਚੋਰ ਵੀ, ਤੇ ਉਹਦੀਆਂ ਮੁਸ਼ਕਾਂ ਬੰਨ੍ਹ ਲਓ। ਮੁਸ਼ਕਾਂ ਬੰਨ੍ਹਣੀਆਂ ਭਾਵ ਬਾਹਾਂ ਪਿੱਠ ਪਿੱਛੇ ਕਰਕੇ ਬੰਨ੍ਹ ਲੈਣੀਆਂ, ਉਹਦੀਆਂ ਮੁਸ਼ਕਾਂ ਬੰਨ੍ਹ ਲਓ ਤੇ ਉਹਨੂੰ ਤਾੜੋ, ਘੂਰੋ। ਫਿਰ ਲੈ ਕਰ ਜਲ ਆਵਹੁ ਹਮ ਪਾਹੀ। ਤੇ ਚੋਰ ਨੂੰ ਪਕੜ ਕੇ ਧਨ ਦੀ ਥੈਲੀ ਨਾਲ ਲੈ ਕੇ ਤੇ ਸਾਡੇ ਕੋਲ ਇਸ ਦੀਵਾਨ ਵਿੱਚ ਛੇਤੀ ਪਹੁੰਚੋ। ਸੋਨ ਪ੍ਰਭ ਆਏ ਸਭ ਗਮਨੇ ਧਾਏ। ਸਤਿਗੁਰਾਂ ਦੀ ਆਗਿਆ ਸੁਣੀ ਤੇ ਸੂਰਬੀਰ ਜਿਹੜੇ ਸਿਪਾਹੀ ਦੌੜ ਕੇ ਗਏ। ਦਸਕ ਟਲੈਤ ਪਹੁੰਚੇ ਜਾਏ। 10 ਸੂਰਮੇ ਉਸੇ ਘਰ ਵਿੱਚ ਜਿਹੜਾ ਸਤਿਗੁਰਾਂ ਦੱਸਿਆ ਸੀ, ਉਹ ਘਰ 'ਚ ਜਾ ਪਹੁੰਚੇ। ਔਚਕ ਸਦਨ ਪ੍ਰਵੇਸ਼ਨ ਕੀਨਾ। ਤੇ ਔਚਕ ਅਚਨਾ ਚੇਤ ਹੀ ਘਰ ਦੇ ਵਿੱਚ ਪ੍ਰਵੇਸ਼ ਹੋ ਗਏ। ਦੱਖਣ ਦਿਸ਼ਾ ਦੁਆਰ ਦ੍ਰਿਗ ਕੀਨਾ। ਤੇ ਘਰ ਦੇ ਅੰਦਰ ਵੜਦਿਆਂ ਹੀ ਦੱਖਣ ਦੀ ਦਿਸ਼ਾ ਵਾਲੀ ਦੀਵਾਰ ਤੱਕੀ ਹੈ। ਵੇਖ ਤਾਕੀ ਕੋ ਖੋਲ ਕਿਵਾਰਾ। ਤੇ ਗੁਰਾਂ ਦੇ ਬਚਨਾਂ ਅਨੁਸਾਰ ਉਹ ਦੱਖਣ ਦੀ ਦਿਸ਼ਾ ਵਾਲੀ ਕੰਧ 'ਚ ਤਾਕੀ ਸੀ। ਸਿੱਖਾਂ ਤਾਕੀ ਦਾ ਜਿਹੜਾ ਇਹ ਬੂਹਾ ਉਹ ਖੋਲ੍ਹਿਆ। ਧਰਿਓ ਦਰਬ ਤਤਕਾਲ ਨਿਕਾਰਾ। ਉੱਥੇ ਧਨ ਦੀ ਭਰੀ ਥੈਲੀ ਪਈ ਹੋਈ ਸੀ। ਸਿੱਖਾਂ ਸ਼ੀਘਰਤਾ ਨਾਲ ਪਕੜ ਲਈ, ਫੜ ਲਈ। ਤਸਕਰ ਬੈਠਿਓ ਸੋ ਗਹਿ ਲਿਓ। ਤੇ ਚੋਰ ਵੀ ਉੱਥੇ ਹੀ ਬੈਠਾ ਸੀ, ਉਸੇ ਵੇਲੇ ਨਾ ਦਬੋਚ ਲਿਆ, ਪਕੜ ਲਿਆ, ਨੱਠਣ ਦਿੱਤਾ ਹੀ ਨਹੀਂ। 10 ਜਾਣੇ ਤੇ ਸੀ, ਉਹ ਵੀ ਬੜੇ ਸੂਰਬੀਰ ਬਹਾਦਰ। ਜਾਂਦੀ ਇਹਨਾਂ ਨੇ ਪਹਿਲੋਂ ਤਾਕੀ ਵੱਲ ਦ੍ਰਿਸ਼ਟੀ ਪਾਈ ਹੈ, ਤਾਕੀ 'ਚੋਂ ਮਾਇਆ ਫੜੀ ਤੇ ਚੋਰ ਨੂੰ ਉੱਥੇ ਹੀ ਪਕੜ ਲਿਆ, ਫੜ ਲਿਆ। ਡੇਢ ਮੁਸ਼ਕੈ ਦੇ ਤਰਜਨ ਕਿਓ। ਦ੍ਰਿੜਤਾ ਨਾਲ ਮੁਸ਼ਕਾਂ ਦਿੱਤੀਆਂ, ਚੰਗੀ ਤਰ੍ਹਾਂ ਬਾਹਾਂ ਪਿੱਠ ਪਿੱਛੇ ਕਰਕੇ ਬੰਨ੍ਹ ਦਿੱਤੀਆਂ ਤੇ ਫਿਰ ਤਾੜਿਆ ਹੈ, ਘੂਰਿਆ ਹੈ। ਸ਼੍ਰੀ ਕਲਗੀਧਰ ਅੰਤਰਜਾਮੀ। ਇਹ ਅੰਤਰਜਾਮੀ ਕਲਗੀਧਰ ਪਾਤਸ਼ਾਹ। ਮਹਿਮਾ ਤੈ ਨਾ ਲਖੀ ਗੁਰ ਸੁਆਮੀ। ਸੂਰਮੇ ਚੋਰ ਨੂੰ ਕਹਿੰਦੇ ਹੈ ਕਿ ਤੂੰ ਸੁਆਮੀ ਸਤਿਗੁਰਾਂ ਦੀ ਮਹਿਮਾ ਹੀ ਨਹੀਂ ਲਖ ਪਾਇਆ, ਸਤਿਗੁਰਾਂ ਦੀ ਮਹਿਮਾ ਨਹੀਂ ਜਾਣ ਪਾਇਆ। ਸਤਿਗੁਰੂ ਜੀ ਅੰਤਰਜਾਮੀ ਹੈ। ਤੈਨ ਤੇ ਰਾਖਿਆ ਹੈ ਕਹਾਂ ਦੁਰਾਏ। ਜਿਹੜੇ ਹੈ ਹੀ ਅੰਤਰਜਾਮੀ, ਅੰਦਰ ਦੀ ਗੱਲ ਵੀ ਜਾਣਨ ਵਾਲੇ ਆ, ਉਹਨਾਂ ਦੇ ਅੱਗੋਂ ਤੂੰ ਕਿੱਥੇ ਲੁਕਾ ਕੇ ਰੱਖ ਸਕਦਾ ਸੀ ਧਨ, ਜਾਂ ਕਿੱਥੇ ਲੁਕਾ ਸਕਦਾ ਹੈ। ਜੇ ਮਨ ਕੀ ਗਾਤ ਦੇਤ ਬਤਾਏ। ਜੇ ਜਿਹੜੇ ਭਾਵ ਸਤਿਗੁਰੂ ਜੀ ਉਹਦੇ ਮਨ ਦੀ ਹਾਲਤ ਦੱਸ ਦਿੰਦੇ ਆ, ਮਨ 'ਚ ਕੀ ਚੱਲ ਰਿਹਾ, ਤੇ ਧਨ ਉਹਨਾਂ ਬਾਬਤ ਦੱਸਣਾ ਕਿੰਨਾ ਔਖਾ ਹੈ। ਭਾਵ ਕੋਈ ਔਖਾ ਨਹੀਂ ਹੈ। ਤੇ ਐਸੇ ਅੰਤਰਜਾਮੀ ਸਤਿਗੁਰਾਂ ਦੇ ਸਾਹਮਣੇ ਕਿਸ ਦ੍ਰਿਸ਼ਟੀ ਨਾਲ ਚੋਰੀ ਕੀਤੀ ਹੈ ਕਿ ਗੁਰੂ ਮਹਿਮਾ ਨਹੀਂ ਲਖੀ, ਗੁਰੂ ਮਹਿਮਾ ਨਹੀਂ ਵਿਚਾਰੀ ਮਨ ਵਿੱਚ। ਲੈ ਕਰ ਧਨ ਅਰ ਤਸਕਰ ਤਬੈ। ਤੇ ਚੋਰ ਨੂੰ ਨਿੰਮੋ ਝੂਣਾ ਕਰਦੇ, ਤਾੜਦੇ, ਘੂਰਦੇ, ਕੁੱਟਮਾਰ ਵੀ ਕਰਦੇ। ਸਿੱਖ ਲੈ ਆਏ। ਗਮਨੇ ਨਰ ਹੀਰਤ ਭੇ ਸਬੈ। ਤੇ ਨਗਰ ਵਾਸੀ ਮਨੁੱਖ ਜਿਹੜੇ ਆ ਉਹ ਵੀ ਪਕੜੇ ਹੋਏ ਚੋਰ ਨੂੰ ਵੇਖ ਰਹੇ,
ਦੂਜਾ ਗਾਓ, ਤੀਜਾ ਗਾਓ, ਬਾਜ਼ਾਰ 'ਚ ਭੀੜ ਲੱਗ ਗਈ ਹੈ, ਚੋਰ ਫੜ ਲਿਆ, ਗੁਰੂ ਦੇ ਸਿਪਾਹੀਆਂ ਨੇ ਚੋਰ ਫੜ ਲਿਆ। ਮਾਰਤ ਪਨਹੀ ਸਭਨ ਦਿਖਾਵੇ, ਸਾਰਿਆਂ ਨੂੰ ਵਿਖਾ ਕੇ ਪਨਹੀ ਮਾਰਦੇ ਸਿੱਖ ਆ ਰਹੇ ਆ, ਜੁੱਤੀ ਮਾਰਦੇ ਹੋਏ ਉਹਦੇ ਸਿਰ 'ਚ ਆ ਰਹੇ ਆ। ਗੁਰ ਪ੍ਰਤਾਪ ਕੋ ਬਿਦਤ ਬਤਾਵੇ, ਤੇ ਪ੍ਰਗਟ ਹੀ ਸਤਿਗੁਰਾਂ ਦੇ ਤੇਜ ਪ੍ਰਤਾਪ ਨੂੰ ਵਿਖਾ ਰਹੇ ਆ। ਸਮੂਹ ਨਗਰੀ ਵਿੱਚ ਜਿੰਨੇ ਵੀ ਗੁਰਸਿੱਖ ਪੱਕੇ ਰਹਿਣ ਵਾਲੇ ਜਾਂ ਜਿਹੜੇ ਵਿਆਹ ਵਿੱਚ ਆਏ ਹੋਏ ਆ, ਸਾਰਿਆਂ ਨੂੰ ਵਿਖਾਇਆ ਜਾ ਰਿਹਾ ਗੁਰਾਂ ਦਾ ਤੇਜ ਪ੍ਰਤਾਪ। ਗਰੀ ਬਜ਼ਾਰਨ ਮੈਂ ਗਮਨੰਤੇ, ਆਨੰਦਪੁਰ ਸਾਹਿਬ ਨਗਰੀ ਦੀਆਂ ਗਲੀਆਂ ਤੇ ਬਾਜ਼ਾਰਾਂ ਦੇ ਵਿੱਚੋਂ ਦੀ ਚੋਰ ਨੂੰ ਫੜਿਆ, ਤਾੜਦੇ ਘੂਰਦੇ ਮਾਰਦੇ ਹੋਏ ਸਿੱਖ ਗੁਰੂ ਸਾਹਿਬਾਂ ਵੱਲ ਲਿਆ ਰਹੇ ਹੈ। ਜਨ ਬਾਲਕ ਭੇ ਸੰਗ ਦਿਖੰਤੇ, ਤੇ ਨਗਰ ਦੇ ਬਾਲਕ ਬੜੇ ਇਕੱਠੇ ਹੋ ਗਏ, ਤਮਾਸ਼ਗਰੀ ਲੋਕ, ਤਮਾਸ਼ਾ ਵੇਖਣ ਵਾਲੇ। ਨਰ ਨਾਰੀ ਹੇਰਤ ਬਿਸਮਾਏ, ਮਨੁੱਖ, ਇਸਤਰੀਆਂ, ਨਗਰ ਵਾਸੀ ਲੋਕ ਵੇਖ ਵੇਖ ਕੇ ਤੇ ਬੜੇ ਬਿਸਮੈ ਹੋ ਰਹੇ, ਬੜੇ ਹੈਰਾਨ ਹੋ ਰਹੇ ਹੈ। ਧਰਿਓ ਦਰਬ ਗੁਰ ਦਇਓ ਬਤਾਏ, ਇਸਤਰੀਆਂ ਆਪਸ ਵਿੱਚ ਗੱਲਾਂ ਕਰਦੀਆਂ, ਸਖੀ ਤੈਨੂੰ ਪਤਾ ਹੈ ਸਤਿਗੁਰੂ ਸਾਹਿਬਾਂ ਨੇ ਚੋਰ ਦੁਆਰਾ ਚੁਰਾਏ ਧਨ ਨੂੰ ਅੰਤਰਜਾਮਤਾ ਨਾਲ ਫਲਾਣੇ ਘਰ 'ਚ ਫਲਾਣੀ ਕੰਧ ਦੀ ਤਾਕੀ 'ਚ ਪਿਆ ਦੱਸ ਦਿੱਤਾ, ਅੰਤਰਜਾਮਤਾ ਨਾਲ। ਏਡੇ ਗੁਰੂ ਅੰਤਰਜਾਮੀ। ਮਨੁੱਖ ਆਪਸ ਵਿੱਚ ਗੱਲਾਂ ਕਰਦੇ ਆ। ਸਤਿਗੁਰੂ ਜੀ ਸਰਬੱਗ ਹਨਗੇ, ਉਹਨਾਂ ਅੱਗੋਂ ਕੁਝ ਵੀ ਲੁਕਿਆ ਨਹੀਂ ਹੈ। ਗੁਰ ਸਮੀਪ ਲੈ ਪਹੁੰਚੇ ਜਾਈ, ਉਧਰ ਚੋਰ ਨੂੰ ਤਾੜਦੇ ਘੂਰਦੇ ਡਾਂਟਦੇ ਸਿੱਖ ਸਤਿਗੁਰਾਂ ਕੋਲ ਲੈ ਆਏ। ਸਭਾ ਦੇਖ ਸਗਰੀ ਬਿਸਮਾਈ, ਸਾਰੀ ਸਭਾ ਦੀਵਾਨ ਭਰਿਆ ਹੋਇਆ ਸੀ, ਵੇਖ ਕੇ ਹੈਰਾਨ ਹੋਇਆ। ਅਤਿਸ਼ੈ ਸ਼ਕਤਵੰਤ ਗੁਰ ਜਾਣੇ, ਜਾਣਿਆ ਕਿ ਅਤਿਸ਼ੈ ਕਰਕੇ, ਵਿਸ਼ੇਸ਼ ਕਰਕੇ ਸਤਿਗੁਰੂ ਜੀ ਵੱਡੇ ਸ਼ਕਤੀਮਾਨ, ਸ਼ਕਤੀਸ਼ਾਲੀ ਹਨ, ਅੰਤਰਜਾਮੀ ਹਨ। ਬੈਠੇ ਬੇਦੀ ਆਦ ਜੇ ਸਿਆਣੇ, ਬੇਦੀ ਤੇਨ ਭੱਲੇ ਆਦ ਗੁਰੂ ਕੁਲ ਦੇ ਸਾਹਿਬਜ਼ਾਦੇ ਸਿਆਣੇ ਸਾਰੇ ਬੈਠੇ ਹੋਏ ਸਨ। ਬ੍ਰਿੰਦ ਮਸੰਦ ਸੰਗਤਾਂ ਸਾਰੇ, ਮਸੰਦ ਵੀ ਬਹੁਤ, ਸੰਗਤਾਂ ਵੀ ਬਹੁਤ ਗੁਰੂ ਹਜ਼ੂਰੀ ਵਿੱਚ ਬੈਠੀਆਂ। ਮਾਨਵ ਅਪਰ ਅਨੇਕ ਨਿਹਾਰੇ, ਤੇ ਅਨੇਕਾਂ ਹੋਰ ਮਨੁੱਖ ਜਿਹੜੇ ਨਿਹਾਰੇ ਵੇਖਣ ਵਾਲੇ ਉਹ ਵੀ ਵੇਖ ਰਹੇ ਐ। ਤਬ ਕਲਗੀ ਧਰ ਬਾਕ ਸੁਨਾਇਓ, ਤਦੋਂ ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਕਹਿਣ ਲੱਗੇ, ਮੂੜ ਮਹਾ ਅਪਰਾਧ ਕਮਾਇਓ। ਚੋਰ ਨੂੰ ਡਾਂਟਦੇ ਕਹਿ ਰਹੇ, ਮੂਰਖਾ ਬੜਾ ਵੱਡਾ ਅਪਰਾਧ ਕਮਾਇਆ ਤੂੰ, ਚੋਰੀ ਬਹੁਤ ਵੱਡਾ ਅਪਰਾਧ ਹੈ। ਫਾਸੀ ਦੇਨ ਸਜਾਏ ਇਸੀ ਕੀ, ਇਸ ਚੋਰ ਦੀ, ਚੋਰ ਦੁਆਰਾ ਕੀਤੀ ਹੋਈ ਚੋਰੀ ਦਾ ਜੋ ਦੰਡ ਸੀ, ਸਜ਼ਾ ਸੀ ਨਾ, ਉਹ ਫਾਹੀ ਦੇਣਾ ਬਣਦਾ ਸੀ। ਹੈ ਉਤਸਵ ਸ਼ਾਦੀ ਬੇਦਨੀ ਕੀ, ਪਰ ਵਿਆਹ ਦੀਆਂ ਖੁਸ਼ੀਆਂ ਆਨੰਦਪੁਰ ਸਾਹਿਬ ਨਗਰੀ ਵਿੱਚ ਮਨਾਈਆਂ ਜਾ ਰਹੀਆਂ ਹਨ। ਜਾਂ ਤੇ ਇਸ ਕਾ ਕਰੋ ਖਲਾਸੀ, ਇਸ ਵਾਸਤੇ ਸੀ ਤਾਂ ਇਹ ਫਾਂਸੀ ਦੇ ਦੰਡ ਦੇ ਅਧਿਕਾਰੀ ਯੋਗ ਉਚਿਤ। ਪਰ ਚਲੋ ਹੁਣ ਇੱਥੇ ਖੁਸ਼ੀਆਂ ਮਨਾਈਆਂ ਜਾ ਰਹੀਆਂ, ਕਿਸੇ ਤਰ੍ਹਾਂ ਦਾ ਵੀ ਕੋਈ ਵਿਘਨ ਨਾ ਪਵੇ, ਇਸ ਵਾਸਤੇ ਨੂੰ ਛੱਡ ਦਿਓ। ਬਹੁਰ ਕਰੈ ਕੋ ਦੈ ਹੈ ਫਾਸੀ, ਤੇ ਬਾਹਰੋਂ ਮੁੜ ਕੇ ਹੁਣ ਕੋਈ ਚੋਰੀ ਕਰੇਗਾ ਤੇ ਉਹ ਚੋਰ ਦੀ ਸਜ਼ਾ ਇਹੀ ਹੋਵੇਗੀ ਕਿ ਉਹਨੂੰ ਫਾਂਸੀ ਚਾੜ ਦਿੱਤਾ ਜਾਵੇਗਾ। ਕੀਨ ਕਰ ਸੌਂਪਹੁ ਬਨਕ ਸੋ ਥਾਤੀ, ਨਾਲੇ ਤੇ ਚੋਰ ਨੂੰ ਛਡਵਾ ਦਿੱਤਾ, ਬਖਸ਼ਿੰਦ ਵੀ ਹੈ ਨਾ ਪਾਤਸ਼ਾਹ। ਜਿੱਥੇ ਸਤਿਗੁਰੂ ਜੀ ਕਾਇਦਾ ਕਾਨੂੰਨ ਮਰਜ਼ਾਦਾ ਦੇ ਬੜੇ ਪ੍ਰਪੱਕ ਹਨ,
ਜੋ ਉਹ ਚੋਰ ਨੇ ਚੋਰੀ ਕੀਤੀ ਉਹਨੂੰ ਦੰਡ ਵੀ ਦਿਵਾ ਦਿੱਤਾ ਹੈ। ਕਿਉਂਕਿ ਸਿੱਖਾਂ ਨੂੰ ਕਿਹਾ ਤਾੜ ਕੇ ਘੂਰ ਕੇ ਲਿਆਉਣਾ, ਤੇ ਸਿੱਖਾਂ ਨੂੰ ਤੇ ਗੁਰੂ ਦੀ ਇਜਾਜ਼ਤ ਚਾਹੀਦੀ ਹੈ। ਸਿੱਖਾਂ ਤੇ ਉਹਨੂੰ ਜੁੱਤੀਆਂ ਮਾਰ ਸਿਰ ਪੋਲਾ ਕਰ ਛੱਡਿਆ, ਜਦੋਂ ਘਰੋਂ ਤੋਰਿਆ ਤੇ ਗੁਰਾਂ ਕੋਲ ਲਿਆਂਦਾ, ਸਜ਼ਾ ਵੀ ਦਿਵਾ ਦਿੱਤੀ ਹੈ ਤੇ ਫਿਰ ਘੂਰ ਵੀ ਦਿੱਤਾ ਹੈ ਕਿ ਸੀ ਤਾਂ ਫਾਂਸੀ ਦੇ ਉਚਿਤ, ਪਰ ਚਲੋ ਸਮਾਂ ਖੁਸ਼ੀਆਂ ਦਾ ਚੱਲ ਰਿਹਾ, ਇਹਨੂੰ ਛੱਡ ਦਿਓ, ਰਿਹਾਅ ਕਰ ਦਿਓ। ਤੇ ਨਾਲ ਕਿਹਾ ਜਿਹੜੀ ਧਨ ਦੀ ਥੈਲੀ ਹੈ ਪੂਰੀ ਗਿਣ ਕੇ ਬਾਣੀਏ ਨੂੰ ਦਿਓ, ਕੋਈ ਇੱਕ ਵੀ ਰੁਪਈਆ ਦਾ ਘੱਟ ਨਾ ਹੋਵੇ। 700 ਰੁਪਈਆ ਕਹਿੰਦਾ, ਪੂਰਾ ਗਿਣ ਕੇ ਇਹਨੂੰ ਦਿਓ। ਲੈ ਨਿਜ ਧਨ ਹੋਏ ਸੀਤਲ ਛਾਤੀ। ਸਿੱਖਾਂ ਨੇ ਧਨ ਦਿੱਤਾ, ਗਿਣ ਕੇ ਦਿੱਤਾ, ਧਨ ਪ੍ਰਾਪਤ ਕਰਕੇ ਤੇ ਬਾਣੀਏ ਦੀ ਛਾਤੀ ਸ਼ੀਤਲ ਹੋ ਗਈ, ਠੰਡੀ ਹੋ ਗਈ। ਹੁਕਮ ਗੁਰੂ ਕੋ ਪਾਏ ਸਿਪਾਹੀ। ਗੁਰੂ ਦਾ ਹੁਕਮ ਪਾ ਕੇ ਸਿਪਾਹੀਆਂ ਨੇ ਧਨ ਗਿਣ ਕਰ ਦੀਨੋ ਤਿਸ ਪਾਹੀ। ਗਿਣ ਕੇ ਧਨ ਉਹਨੂੰ ਦਿੱਤਾ। ਤਸਕਰ ਛੋਰਿਓ ਨਗਰ ਨਿਕਾਰਿਓ। ਜਿਹੜਾ ਤਸਕਰ ਸੀ, ਚੋਰ ਸੀ, ਉਹਨੂੰ ਰਿਹਾਅ ਕਰ ਦਿੱਤਾ, ਛੱਡ ਦਿੱਤਾ। ਤੇ ਨਾਲ ਇਹ ਵੀ ਆਦੇਸ਼ ਦਿੱਤਾ ਕਿ ਹੁਣ ਨਗਰੀ 'ਚੋਂ ਚਲਿਆ ਜਾ। ਤੇ ਇਹਨੂੰ ਨਗਰੀ ਵਿੱਚ ਰਹਿਣਾ ਹੁਣ ਪਾਉਂਦਾ ਵੀ ਨਹੀਂ ਸੀ, ਕਿਉਂਕਿ ਬਹੁਤ ਵੱਡੀ ਬੇਇੱਜ਼ਤੀ ਹੋ ਗਈ ਇਸ ਵਾਸਤੇ। ਉਦੋਂ ਹੀ ਨਗਰ ਛੱਡ ਕੇ ਚਲਿਆ ਗਿਆ। ਬਾਹਰ ਨਾ ਆਸ ਕੋ ਕਰਮ ਕਿਨ ਧਾਰਿਓ। ਇਹ ਮਗਰੋਂ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਕਾਲ, ਜਿੰਨਾ ਚਿਰ ਵੀ ਸਤਿਗੁਰੂ ਜੀ ਅਨੰਦਪੁਰ ਸਾਹਿਬ ਨਗਰੀ ਰਹੇ, ਉਹਨਾਂ ਚਿਰ ਕਿਸੇ ਨੇ ਚੋਰੀ ਵਾਲਾ ਦੁਸ਼ਕ੍ਰਿਤ ਕਰਮ ਕਰਨਾ ਚਾਹਿਆ ਵੀ ਨਹੀਂ, ਸੋਚਿਆ ਵੀ ਨਹੀਂ ਕਿਸੇ ਨੇ। ਇੱਕ ਤੇ ਉਹਨੂੰ ਸਜ਼ਾ ਵੀ ਦਿਵਾਈ, ਜੁੱਤੀਆਂ ਮਰਵਾਈਆਂ ਉਹਦੇ ਸਿਰ 'ਚ, ਫਿਰ ਉਹਨੂੰ ਘੂਰਿਆ ਵੀ। ਤੇ ਸਾਰਿਆਂ ਵਿੱਚ ਇਹ ਗੱਲ ਵਿਦਿਤ ਹੋ ਗਈ। ਗੁਰਾਂ ਕਿਹਾ ਜਿਹੜਾ ਹੁਣ ਚੋਰੀ ਕਰੇਗਾ ਉਹਨੂੰ ਫਾਂਸੀ ਦੇ ਚਾੜ੍ਹ ਦਿਆਂਗੇ, ਸੂਲੀ ਤੇ ਚਾੜ੍ਹ ਦਿਆਂਗੇ। ਚੋਰੀ ਕਰੇਗਾ ਕਿਉਂ? ਜਿਹਨੂੰ ਕੋਈ ਚਾਹੀਦਾ ਆ ਕੇ ਮੰਗੇ, ਕਿਸੇ ਵੀ ਵਸਤੂ ਦੀ ਆਵਸ਼ਕਤਾ ਲੋੜ ਹੈ ਆ ਕੇ ਦੱਸੇ। ਗੁਰੂ ਘਰ ਵਿੱਚੋਂ ਕਿਹੜੀ ਲੋੜ ਪੂਰੀ ਨਹੀਂ ਹੁੰਦੀ, ਸਾਰੀਆਂ ਪੂਰੀਆਂ ਨੇ। ਪਰ ਜਿਹੜਾ ਚੋਰੀ ਕਰੇਗਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਗੁਰਾਂ ਦਾ ਐਸਾ ਕਰੜਾ ਜਿਹੜਾ ਬੋਲ ਹੈ ਉਹ ਸਾਰੀ ਨਗਰੀ ਦੇ ਵਿੱਚ ਫੈਲ ਗਿਆ। ਤੇ ਜਿੰਨਾ ਚਿਰ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਰਹੇ, ਕਿਸੇ ਦਾ ਸਾਹਸ ਨਹੀਂ ਪਿਆ ਫਿਰ ਚੋਰੀ ਕਰਨ ਦਾ। ਦੋਹਰਾ ਇਮ ਸਤਿਗੁਰ ਲੀਲਾ ਕਰਤ। ਇਸ ਤਰ੍ਹਾਂ ਸਤਿਗੁਰੂ ਜੀ ਅਨੇਕ ਤਰ੍ਹਾਂ ਦੀ ਲੀਲਾ ਕੌਤਕ ਕਰ ਰਹੇ ਹੈ। ਚੋਰ ਜਾਰ ਬਟ ਪਾਰ। ਚੋਰ, ਫਿਰ ਯਾਰ, ਤੇ ਫਿਰ ਬਟਪਾਰ, ਜਿਹੜੇ ਰਸਤੇ ਜਾਂਦੇ ਹਨ ਲੁੱਟਣ ਵਾਲੇ, ਲੁਟੇਰੇ, ਠੱਗ, ਇਹ ਸਾਰੇ ਸਭ ਹਿਨ ਕੋ ਚਿੰਤਾ ਭਈ। ਸਾਰਿਆਂ ਨੂੰ ਹੀ ਚਿੰਤਾ ਹੋ ਗਈ, ਫਿਕਰ ਲੱਗ ਗਿਆ ਸਾਰਿਆਂ ਨੂੰ ਹੀ। ਕਰਹਿ ਖੌਸੜੇ ਮਾਰ। ਕਿ ਜੇ ਅਸੀਂ ਹੁਣ ਕੋਈ ਕੁਤਾਹੀ ਕੀਤੀ, ਚੋਰੀ ਕੀਤੀ, ਜਾਂ ਕਿਸੇ ਨੂੰ ਰਾਹ ਜਾਂਦੇ ਗਰੀਬ ਨੂੰ ਲੁੱਟਿਆ ਮਾਰਿਆ, ਕੋਈ ਵਿਭਚਾਰ ਕਰਮ ਕੀਤਾ, ਤੇ ਗੁਰਾਂ ਦੁਆਰਾ ਸਾਨੂੰ ਖੌਂਸੜੇ ਵੱਜਣਗੇ, ਸਾਡੇ ਜੁੱਤੀਆਂ ਪੈਣਗੀਆਂ। ਜਾਓ ਪਈ ਨਿਰਭੈ ਬਨਕ ਠਾਨਤ ਵਿਵਹਾਰਾ। ਜਿਹੜਾ ਉਹ ਬਣਕ ਹੈ, ਜਿੰਨੇ ਵੀ ਅਨੰਦਪੁਰ ਸਾਹਿਬ ਨਗਰੀ ਵਿੱਚ ਬਾਣੀਏ ਹੈ ਨਾ, ਜਿੰਨੇ ਦੁਕਾਨਦਾਰ, ਉਹ ਨਿਰਭੈ ਹੋ ਕੇ ਆਪਣਾ ਵਿਵਹਾਰ ਕਰਨ ਲੱਗੇ। ਗਹਿਓ ਚੋਰ ਤੇ ਅਚਰਜ ਧਾਰਾ। ਤੇ ਚੋਰ ਪਕੜਿਆ ਗਿਆ, ਇਸ ਗੱਲ ਤੋਂ ਵੀ ਸਾਰਿਆਂ ਦੇ ਅੰਦਰ ਬੜੀ ਹੈਰਾਨੀ ਹੈ। ਸੋਨੀ ਵਸਤ ਰਹਿ ਕਿਸ ਥਾਈ। ਇਹ ਹੁਣ ਤਾਂ ਸੁੰਨੀ ਵਸਤਰ ਹੈ ਕਿਸ ਦਾ, ਕਿਸੇ ਵੀ ਥਾਂ ਤੇ ਕੋਈ ਵੀ ਵਸਤੂ ਸੁੰਨੀ ਰਹਿ ਜਾਵੇ, ਨਹਿ ਕੋ ਸਕੈ ਹੱਥ ਕੋ ਪਾਈ। ਕੋਈ ਉਹਨੂੰ ਹੱਥ ਨਹੀਂ ਪਾ ਸਕਦਾ। ਦੁਕਾਨਦਾਰਾਂ ਦੀਆਂ ਦੁਕਾਨਾਂ ਕਈ ਦਫਾ ਖੁੱਲੀਆਂ ਰਹਿੰਦੀਆਂ, ਜੇ ਕਿਧਰੇ ਕੋਈ ਕੰਮ ਜਾਣਾ ਵੀ ਪੈਂਦਾ ਉਹ ਖੁੱਲੀਆਂ ਵੀ ਛੱਡ ਜਾਂਦੇ ਨਿਰਭੈਤਾ ਦੇ ਨਾਲ ਕਿ ਹੁਣ ਕੋਈ ਚੋਰ ਚੋਰੀ ਨਹੀਂ ਕਰ ਸਕੇਗਾ। ਤੇ ਕੋਈ ਸਮਾਨ ਇੱਥੋਂ ਉੱਥੇ ਵੀ ਨਹੀਂ ਕਰਦਾ,
ਇਨਾ ਭੈ ਹੈ ਸਤਿਗੁਰਾਂ ਦਾ। ਏਤ ਕਦੇ ਨਾ ਗੁਰ ਕੇ ਲਾਭਪੁਰ ਮੈਂ। ਕਿੰਨੇ ਕੁ ਦਿਨ ਫਿਰ ਗੁਰਾਂ ਦਾ ਜਿਹੜਾ ਵਸਾਇਆ ਹੋਇਆ ਲਾਹੌਰ ਨਗਰ ਹੈ, ਗੁਰੂ ਕਾ ਲਾਹੌਰ, ਉੱਥੇ ਬਸੇ ਬਨਕ ਧਰ ਆਨੰਦ ਉਰ ਮੈਂ। ਬਾਣੀਏ ਆਨੰਦ ਧਾਰਨ ਕਰਕੇ ਵਸੇ ਰਹੇ ਗੁਰੂ ਕੇ ਲਾਹੌਰ ਨਗਰ ਵਿੱਚ ਕਿੰਨੇ ਦਿਨ, ਕਿਉਂਕਿ ਵਿਆਹ ਤੋਂ ਬਹੁਤ ਦਿਨ ਪਹਿਲੋਂ ਆ ਚੁੱਕੇ ਸਨਗੇ, ਤੇ ਵਿਆਹ ਦੇ ਵਿੱਚ ਵੀ ਸਤਿਗੁਰੂ ਜੀ ਵੀ ਕਿੰਨੇ ਦਿਨ ਲਾਹੌਰ ਨਗਰ ਰਹੇ ਗੁਰੂ ਕੇ ਲਾਹੌਰ। ਹੁਣ ਸਤਿਗੁਰੂ ਜੀ ਆ ਗਏ ਹੈ ਤੇ ਬਾਣੀਏ ਵੀ 2-4 ਦਿਨ ਮਗਰੋਂ ਉੱਥੇ ਹੋਰ ਰਹੇ। ਬਹੁਤ ਦਿਨ ਲਾਹੌਰ ਨਗਰੀ, ਗੁਰੂ ਕੀ ਲਾਹੌਰ ਨਗਰੀ ਵਿੱਚ ਬਾਣੀਆਂ ਨੇ ਰਹਿਣਾ ਕੀਤਾ ਤੇ ਵਪਾਰ ਕੀਤਾ। ਖਾਟਿਓ ਲਾਭ ਜਿਤ ਕਾ ਵਿਵਹਾਰੂ। ਇਹ ਲਾਭ ਖੱਟਿਆ ਹੈ, ਜਿੰਨਾ ਕੁ ਵਿਵਹਾਰ ਉਹਨਾਂ ਨੇ ਸਾਜੋ ਸਮਾਨ ਲਿਆਂਦਾ ਸੀ ਉਹਦਾ ਵਪਾਰ ਕੀਤਾ ਹੈ। ਉਤ ਸਭ ਜੋਤਾ ਗੁਰ ਦਰਸ ਨਿਹਾਰੂ। ਖੁਸ਼ੀਆਂ ਸੰਯੁਕਤ ਨਾਲੇ ਗੁਰਾਂ ਦੇ ਦਰਸ਼ਨ ਮਿਲੇ ਆ, ਦਰਸ਼ਨਾਂ ਦਾ ਲਾਭ ਮਿਲਿਆ ਤੇ ਨਾਲੇ ਧਨ ਦਾ ਲਾਭ ਮਿਲਿਆ। ਕਲਗੀ ਧਰ ਕੋ ਸਸੁਰ ਆਨੰਦਿਓ। ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਸਸੁਰ ਭਾਈ ਹਰਜਸ ਜੀ ਬਹੁਤ ਆਨੰਦਿਤ, ਬਹੁਤ ਖੁਸ਼ ਹੈ। ਭਰਾਤਨ ਸਹਿਤ ਆਨ ਕਰ ਬੰਦਿਓ। ਭਰਾਵਾਂ ਸੰਯੁਕਤ ਆ ਕੇ ਭਾਈ ਹਰਜਸ ਜੀ ਨੇ ਗੁਰੂ ਹਜ਼ੂਰੀ ਵਿੱਚ ਨਤਮਸਤਕ ਹੋਣਾ ਕੀਤਾ। ਮਹਾਰਾਜ ਕਾਰਜ ਸਭ ਭਇਓ। ਤੇ ਬੇਨਤੀ ਕਰਦੇ ਹੈ ਸਤਿਗੁਰੂ ਜੀ, ਤੁਹਾਡੀ ਕਿਰਪਾ ਦੇ ਨਾਲ ਸਾਰੇ ਕਾਰਜ ਵਿਆਹ ਦੇ ਸੰਪੰਨ ਹੋ ਗਏ ਹੈ। ਹਿਰਦੇ ਮਨੋਰਥ ਪੂਰਨ ਕੀਓ। ਸਾਡੇ ਹਿਰਦੇ ਦਾ ਮਨੋਰਥ ਸੀ ਕਿ ਆਪ ਲਾਹੌਰ ਨਗਰੀ ਜੰਝ ਲੈ ਕੇ ਆਓ, ਤੇ ਤੁਸੀਂ ਸਾਡਾ ਮਨੋਰਥ ਪੂਰਾ ਕਰ ਦਿੱਤਾ, ਸਾਡੀ ਇੱਛਾ ਪੂਰੀ ਕਰ ਦਿੱਤੀ ਹੈ। ਅਬ ਚਾਹਤ ਸਭ ਸਦਨ ਸਿਧਾਰਾ। ਤੇ ਹੁਣ ਅਸੀਂ ਸਾਰੇ ਆਪਣੇ ਸਦਨ ਲਾਹੌਰ ਨਗਰ ਨੂੰ ਵਾਪਸ ਜਾਣਾ ਚਾਹੁੰਦੇ ਹਾਂ। ਆਪ ਆਪਣੀ ਕਰਤ ਸੰਭਾਰਾ। ਤੇ ਆਪੋ ਆਪਣੀਆਂ ਵਸਤੂਆਂ ਸੰਭਾਲ ਰਹੇ ਤੇ ਆਪ ਜੀ ਦੇ ਕੋਲੋਂ ਵਿਦਾਇਗੀ ਲੈਣ ਆਏ ਹਾਂ। ਸੋਨ ਦਇਓ ਹੁਕਮ ਸਭੈ ਤੁਮ ਜਾਵਹੁ। ਸੁਣ ਕੇ ਗੁਰਾਂ ਨੇ ਬੜੀ ਪ੍ਰਸੰਨਤਾ ਨਾਲ ਹੁਕਮ ਦਿੱਤਾ, ਭਾਈ ਹੁਣ ਤੁਸੀਂ ਜਾਓ। ਸਿਮਰਹੁ ਸਤਨਾਮ ਸੁਖ ਪਾਵਹੁ। ਸਤਨਾਮ ਸ੍ਰੀ ਵਾਹਿਗੁਰੂ ਗੁਰ ਮੰਤਰ ਸਿਮਰਿਆ ਕਰੋ ਤੇ ਸਦੀਵੀ ਸੁਖ ਪਾਓਗੇ। ਲਾਭਪੁਰ ਕੀ ਸੰਗਤ ਸੁਨ ਸਾਰੀ। ਲਾਹੌਰ ਦੀ ਸੰਗਤ ਨੇ ਗੁਰਾਂ ਕੋਲੋਂ ਸੁਣਿਆ, ਆਗਿਆ ਲੈ ਲਈ। ਵਸਤ ਸੰਭਾਰ ਕਰੀ ਨਿਜ ਤਿਆਰੀ। ਸਾਰੀਆਂ ਵਸਤੂਆਂ ਸੰਭਾਲ ਕੇ ਤੇ ਚਾਲੇ ਦੀ ਤਿਆਰੀ ਕੀਤੀ। ਕਰ ਕਰ ਬੰਦਨ ਪੰਥ ਪਧਾਰੇ। ਗੁਰੂ ਚਰਨਾਂ ਤੇ ਬੰਦਨਾ ਕਰ ਕਰਕੇ, ਨਮਸਕਾਰਾਂ ਕਰ ਕਰਕੇ ਤੇ ਪੰਥ ਲਾਹੌਰ ਨਗਰੀ ਦੇ ਰਸਤੇ ਤੇ ਚੱਲ ਪਏ। ਤਿਮਰੋ ਪਰ ਸਿਰੰਦ ਸਿਧਾਰੇ। ਇਸੇ ਤਰ੍ਹਾਂ ਲਾਹੌਰੀਏ ਲਾਹੌਰ ਨੂੰ ਚਲੇ ਗਏ। ਜਿਹੜੇ ਰੋਪੜੀਏ ਦੁਕਾਨਦਾਰ ਆਏ ਸਨ ਉਹ ਰੋਪੜ ਨੂੰ ਚਲੇ ਗਏ। ਜਿਹੜੇ ਸਰਹੰਦੀਏ ਸਨ ਸਰਹੰਦ ਤੋਂ ਆਏ ਹੋਏ ਉਹ ਸਰਹੰਦ ਨੂੰ ਚਲੇ ਗਏ। ਹੋਰ ਹੁਸ਼ਿਆਰ ਗਏ ਚੱਲ ਕੇ। ਤੇ ਜਿਹੜੇ ਹੁਸ਼ਿਆਰਪੁਰੋਂ ਆਏ ਸੀ ਉਹ ਹੁਸ਼ਿਆਰਪੁਰ ਨੂੰ ਚਲੇ ਗਏ। ਹੁਸ਼ਿਆਰਪੁਰੀਏ ਹੁਸ਼ਿਆਰਪੁਰ ਨੂੰ ਚਲੇ ਗਏ। ਕਰਹਿ ਵਾਰਤਾ ਮੇਲ ਮਿਲ ਤੇਈ। ਤੇ ਮਿਲ ਮਿਲ ਕੇ ਆਪਸ ਵਿੱਚ ਵਾਰਤਾਲਾਪ ਵਚਨ ਵਿਲਾਸ ਕਰਦੇ ਐ। ਬਾਰ ਨਿਕਾਸਨ ਤਸਕਰ ਗਹਿਓ। ਕਿਹੜੇ ਵਚਨ ਕਰਦੇ ਐ? ਹੇ ਭਾਈ ਮਿੱਤਰ, ਪਤਾ ਤੈਨੂੰ ਪਹਾੜਾਂ ਦੇ ਵਿੱਚ, ਪਥਰੀਲੇ ਪਹਾੜਾਂ ਵਿੱਚ ਸਤਿਗੁਰਾਂ 3 ਦਫਾ ਵਰਸ਼ਾ ਮਾਰ ਕੇ 3 ਥਾਵਾਂ ਤੋਂ ਪਾਣੀ ਕੱਢ ਕੇ ਤ੍ਰਿਵੇਣੀ ਤੀਰਥ ਰਚਿਆ। ਵੇਖਿਆ ਤੂੰ? ਅਸੀਂ ਵੇਖ ਕੇ ਆਏ ਜਦੋਂ ਆਉਣ ਲੱਗਿਆ। ਬਹੁਤ ਸਤਿਗੁਰਾਂ ਦੀ ਇਹ ਅਜੀਬੋ ਗਰੀਬ ਕੌਤਕ ਤੇ ਅਸਚਰਜਤਾ ਭਰੀ ਕਰਾਮਾਤ ਵੇਖੀ ਹੈ ਕਿ ਪਥਰੀਲੇ ਪਹਾੜਾਂ 'ਚੋਂ ਸਤਿਗੁਰਾਂ ਨੇ ਪਾਣੀ ਕੱਢ ਦਿੱਤਾ। ਫਿਰ ਤੈਨੂੰ ਪਤਾ ਦੂਜਾ ਕਹਿੰਦਾ ਕੱਲ੍ਹ ਦੀ ਹੀ ਗੱਲ ਹੈ,
ਆਨੰਦਪੁਰ ਸਾਹਿਬ ਨਗਰੀ ਇੱਕ ਚੋਰ ਨੇ ਫਲਾਣੇ ਬਾਣੀਏ ਦੇ ਸਾਰੇ ਪੈਸੇ ਚੁਰਾ ਲਏ। ਉਹ ਵਿਚਾਰਾ ਰੋਂਦਾ ਫਰਿਆਦ ਲੈ ਕੇ ਗੁਰਾਂ ਕੋਲ ਗਿਆ ਤੇ ਸਤਿਗੁਰਾਂ ਨੇ ਅੰਤਰਜਾਮਤਾ ਨਾਲ ਦੱਸਿਆ ਕਿ ਫਲਾਣੇ ਘਰੇ ਫਲਾਣੀ ਬਾਰੀ 'ਚ ਪੈਸੇ ਪਏ ਆ, ਕੱਢੋ ਲਿਆਓ ਤੇ ਨਾਲੇ ਉਹਨੂੰ ਤਾੜੋ, ਘੂਰੋ ਚੋਰ ਨੂੰ। ਇਸੇ ਤਰ੍ਹਾਂ ਹੋਇਆ। ਕਿੱਡੀ ਅੰਤਰਜਾਮਤਾ ਸਤਿਗੁਰਾਂ ਵਿੱਚ। ਇਉਂ ਗੁਰੂ ਦੀ ਮਹਿਮਾ ਦੇ ਬਚਨ ਵਿਲਾਸ ਕਰਦੇ ਐ। ਵਿਆਹ ਸੋ ਕੌਤਕ ਜੈਸੇ ਲਹਿਓ। ਜਿਵੇਂ ਵਿਆਹ ਦੇ ਕੌਤਕ ਨੂੰ ਵੇਖਿਆ, ਵਿਆਹ ਸੰਬੰਧੀ ਬਚਨ ਵਿਲਾਸ ਕਰਦੇ ਐ। ਸੁਨ ਸੁਨ ਅਪਰ ਸਿੱਖ ਹਰਿ ਖਾਏ। ਤੇ ਸੁਣ ਸੁਣ ਕੇ ਹੋਰ ਵੀ ਜਿਹੜੇ ਸਿੱਖ ਬੜੇ ਖੁਸ਼ ਹੁੰਦੇ ਐ। ਗੁਰ ਤੇ ਕੁਛ ਅਚਰਜ ਨਹਿ ਪਾਏ। ਫਿਰ ਇਸ ਤਰ੍ਹਾਂ ਵੀ ਵਿਚਾਰਦੇ, ਕਹਿੰਦੇ ਗੁਰਾਂ ਨੂੰ ਇਹ ਕੋਈ ਅਸਚਰਜਤਾ ਵਾਲੀ ਗੱਲ ਨਹੀਂ। ਪਥਰੀਲੇ ਪਹਾੜਾਂ 'ਚੋਂ ਪਾਣੀ ਕੱਢ ਦੇਣਾ ਤੇ ਅੰਤਰਜਾਮਤਾ ਨਾਲ ਚੋਰ ਨੂੰ ਪਕੜ ਲੈਣਾ ਗੁਰਾਂ ਵਾਸਤੇ ਕੋਈ ਵੱਡੀ ਗੱਲ ਨਹੀਂ। ਜਹ ਸੋ ਕਰੈ ਸ਼ਕਤ ਸਭ ਧਾਰੀ। ਸਰਬ ਸ਼ਕਤੀ ਸੰਪੰਨ ਤੇ ਜੋ ਚਾਹੁਣ ਕਰ ਸਕਦੇ ਹੈ। ਨਹਿ ਕੁਛ ਅਟਕਹਿ ਜਿਨਹੁ ਅਗਾਰੀ। ਜਿਨ੍ਹਾਂ ਦੇ ਅੱਗੋਂ ਕੁਝ ਅਟਕ ਸਕਦਾ ਹੀ ਨਹੀਂ, ਰੁਕ ਸਕਦਾ ਹੀ ਨਹੀਂ, ਸਮਰੱਥ ਹਨ, ਜੋ ਚਾਹੁਣ ਉਹ ਕਰ ਸਕਦੇ ਹਨ। ਸਤਿਗੁਰੂ ਸਾਹਿਬਾਂ ਦੀ ਮਹਿਮਾ ਅਗਾਧ ਬੋਧ ਹੈ। ਇਉਂ ਜਾਂਦੇ ਹੋਏ ਵਾਪਸ ਗੁਰਸਿੱਖ ਗੁਰੂ ਦੀ ਮਹਿਮਾ ਤੇ ਗੁਰੂ ਦੀ ਕੀਰਤੀ ਗਾਇਨ ਕਰਦੇ ਹੋਏ ਵਾਪਸ ਜਾ ਰਹੇ ਹਨ। ਸੋ ਸਾਧ ਸੰਗਤ ਲੜੀਵਾਰ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਨਾਲ ਹੀ ਆਪ ਸੰਗਤਾਂ ਦੇ ਹਿਰਦੇ ਅੰਦਰ ਗਿਆਤ ਹੋਵੇ ਗੁਰੂ ਰੂਪ ਸਾਧ ਸੰਗਤ ਮੀਰੀ ਪੀਰੀ ਦੇ ਮਾਲਕ ਸੋਢੀ ਕੁਲ ਭੂਸ਼ਣ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਅੱਜ ਜੋਤੀ ਜੋਤ ਗੁਰਪੁਰਬ ਦਿਹਾੜਾ ਸਾਧ ਸੰਗਤ। ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਨੂੰ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਕਿ ਆਗਿਆ ਮੰਨੀ ਹੈ ਨਾ, ਆਗਿਆ ਵਿੱਚ ਚੱਲਦੇ ਰਹੇ। ਐਸੀ ਆਗਿਆ ਮੰਨੀ ਗੁਰੂ ਰੂਪ ਸਾਧ ਸੰਗਤ। ਇੱਕ ਵਾਰੀ ਸਤਿਗੁਰੂ ਜੀ ਬਾਗ ਵਿੱਚ ਸੈਰ ਕਰਨ ਗਏ ਤੇ ਸਦਾ ਹੀ ਆਪਣੇ ਦਾਦਾ ਜੀ ਦੇ ਨਾਲ ਰਹਿੰਦੇ ਸੀ ਗੁਰੂ ਹਰਿਰਾਏ ਸਾਹਿਬ। ਤੇ ਅੱਜ ਬਾਗ ਦੀ ਸੈਰ ਕਰਨ ਜਾਣਾ ਸੀ ਤੇ ਮਾਤਾ ਜੀ ਦੇ ਕੋਲ ਚੋਲਾ ਹੀ ਪਾਉਂਦੇ ਸਮਾਂ ਲੱਗ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਚਲੇ ਗਏ। ਤੇ ਜਦੋਂ ਚਲੇ ਗਏ ਤੇ ਸਤਿਗੁਰੂ ਜੀ ਬਾਗ ਵਿੱਚ ਗਾਂਹ ਲੰਘ ਗਏ ਤੇ ਇਹ ਪਿੱਛੋਂ ਨੱਠੇ ਨੱਠੇ ਗਏ। 101 ਕਲੀਆਂ ਦਾ ਚੋਲਾ ਪਾਉਂਦੇ ਸੀ ਗੁਰੂ ਹਰਿਰਾਏ ਸਾਹਿਬ ਜੀ ਤੇ ਬਹੁਤ ਸੁੰਦਰ ਸੋਹਣਾ ਫੁੱਲ ਖਿੜਿਆ ਹੋਇਆ ਸੀ, ਜਿਹਨੂੰ ਆਪ ਅੱਖੀਂ ਵੇਖ ਕੇ ਗਏ ਗੁਰੂ ਹਰਗੋਬਿੰਦ ਸਾਹਿਬ ਜੀ। ਗੁਰੂ ਹਰਿਰਾਏ ਸਾਹਿਬ ਜੀ ਦੇ ਮਨ ਵਿੱਚ, ਮੈਂ ਦਾਦਾ ਜੀ ਤੋਂ ਗੁਰੂ ਜੀ ਤੋਂ ਪਿੱਛੇ ਰਹਿ ਗਿਆ, ਮੈਂ ਨਾਲ ਮਿਲਣਾ ਜਾ ਕੇ। ਨੱਠੇ ਨੱਠੇ ਜਾ ਰਹੇ, ਚੋਲਾ ਉੱਡਦਾ ਜਾ ਰਿਹਾ। ਉਹ ਫੁੱਲ ਨਾਲ ਟਕਰਾਇਆ ਤੇ ਫੁੱਲ ਟੁੱਟ ਕੇ ਥੱਲੇ ਡਿੱਗ ਪਿਆ। ਨੱਠੇ ਗਏ ਦਾਦਾ ਜੀ ਦੇ ਨਾਲ ਮਿਲ ਪਏ, ਬਾਗ ਦੀ ਸੈਰ ਕੀਤੀ, ਵਾਪਸ ਮੁੜੇ ਉਸੇ ਹੀ ਰਾਹ। ਬੜਾ ਸੁੰਦਰ ਖਿੜਿਆ ਫੁੱਲ ਟੁੱਟ ਕੇ ਥੱਲੇ ਡਿੱਗਾ, ਮੁਰਝਾਇਆ। ਵੇਖਿਆ ਸਤਿਗੁਰਾਂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਤੇ ਮਾਲੀ ਨੂੰ ਪੁੱਛਦੇ ਏਡਾ ਸੋਹਣਾ ਫੁੱਲ ਤੋੜਿਆ ਕਿਉਂ? ਮਾਲੀ ਹੱਥ ਜੋੜ ਕੇ ਕਹਿਣ ਲੱਗਾ, ਜੀ ਸਾਹਿਬਜ਼ਾਦਾ ਜੀ ਨੱਠੇ ਨੱਠੇ ਜਾ ਰਹੇ ਸੀ, ਇਹਨਾਂ ਦੇ ਚੋਲੇ ਨਾਲ ਲੜ ਕੇ ਟੁੱਟ ਗਿਆ। ਸਤਿਗੁਰੂ ਜੀ ਥੋੜਾ ਘੂਰ ਕੇ ਵੀਰ ਰਸ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਏਡੇ ਵੱਡੇ ਚੋਲੇ ਪਾਉਣ ਦਾ ਸ਼ੌਂਕ ਹੈ ਤੇ ਸੰਭਾਲ ਕੇ ਨਹੀਂ ਤੁਰੇ ਜਾਂਦੇ, ਇਕੱਠਾ ਕਰਕੇ ਨਹੀਂ ਤੁਰ ਸਕਦੇ। ਉਸੇ ਵੇਲੇ ਚੋਲਾ ਇਕੱਠਾ ਕਰ ਲਿਆ, 101 ਕਲੀਆਂ ਦਾ ਚੋਲਾ ਪਾਉਂਦੇ, ਫਿਰ ਇਕੱਠਾ ਕਰਕੇ ਤੁਰੇ ਉੱਥੋਂ। ਤੇ ਜਿੰਨਾ ਚਿਰ ਤਨ ਕਰਕੇ ਸੰਸਾਰ ਵਿੱਚ ਰਹੇ ਗੁਰੂ ਹਰਿਰਾਏ ਸਾਹਿਬ ਜੀ,
ਉਦੋਂ ਤੇ ਹਲੇ ਗੁਰੂ ਵੀ ਨਹੀਂ ਬਣੇ। ਬਾਅਦ ਜੇ ਗੁਰੂ ਵੀ ਬਣ ਗਏ ਨਾ, ਗੁਰਤਾ ਸਿੰਘਾਸਨ ਤੇ ਸੱਜ ਵੀ ਗਏ, ਫਿਰ ਵੀ ਕਿਧਰੇ ਜਾਣਾ ਤੇ ਜਦੋਂ ਤੁਰਨ ਲੱਗਣਾ ਚੋਲਾ ਫੜ ਲੈਣਾ ਇਕੱਠਾ ਕਰਕੇ। ਇੰਨਾ ਬਚਨ ਕਮਾਇਆ ਗੁਰੂ ਸਾਹਿਬਾਂ ਦਾ, ਤੇ ਬਚਨ ਕਮਾਉਣੇ ਕਰਕੇ ਤੇ ਖੁਸ਼ੀਆਂ ਹੋਈਆਂ। ਸੋ ਬਚਨ ਕਮਾਉਣੇ ਕਰਕੇ ਵੱਡੀਆਂ ਖੁਸ਼ੀਆਂ ਹੋਈਆਂ ਜਦੋਂ ਸਤਿਗੁਰਾਂ ਨੇ 1695 ਬਿਕਰਮੀ ਨੂੰ ਆਪਣੇ ਪਰਮ ਧਾਮ ਨੂੰ ਜਾਣ ਦਾ ਸਮਾਂ ਨੇੜੇ ਡਿੱਠਾ ਵੇਖਿਆ, ਤੇ ਕੀਰਤਪੁਰ ਸਾਹਿਬ ਨਗਰੀ ਅੰਦਰ 1695 ਬਿਕਰਮੀ ਚੇਤਰ ਵਦੀ ਤਰੋਦਸ਼ੀ ਵਾਲੇ ਦਿਨ ਗੁਰਤਾ ਦਾ ਸਿੰਘਾਸਨ ਸ੍ਰੀ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਨੂੰ ਬਖਸ਼ ਕੇ ਨਿਵਾਜਿਆ। ਤੇ ਆਪ ਫਿਰ ਜਿੱਥੇ ਗੁਰਦੁਆਰਾ ਪਤਾਲਪੁਰੀ ਸਾਹਿਬ ਸਥਿਤ ਹੈ, ਕੀਰਤਪੁਰ ਸਾਹਿਬ ਨਗਰੀ, ਉੱਥੇ ਇੱਕ ਕੋਠੇ ਦੇ ਅੰਦਰ ਵੜ ਕੇ ਤੇ ਸਤਿਗੁਰੂ ਜੀ ਚੌਂਕੜਾ ਮਾਰ ਕੇ ਬੈਠ ਗਏ। ਆਦੇਸ਼ ਦਿੱਤਾ ਕਿ ਬਾਹਰੋਂ ਦਰਵਾਜ਼ਾ ਬੰਦ ਕਰ ਦਿਓ, ਤੇ 7 ਦਿਨ ਦਰਵਾਜ਼ਾ ਨਹੀਂ ਖੋਲ੍ਹਣਾ। 7 ਦਿਨਾਂ ਮਗਰੋਂ ਇਹ ਦਰਵਾਜ਼ਾ ਕੇਵਲ ਗੁਰੂ ਹਰਿਰਾਏ ਸਾਹਿਬ ਜੀ ਆਪ ਖੋਲ੍ਹਣਗੇ। ਤੇ ਇਸੇ ਤਰ੍ਹਾਂ ਹੋਇਆ। ਸੁਦੀ ਚੇਤਰ ਵਦੀ ਤਰੋਦਸ਼ੀ ਵਾਲੇ ਦਿਨ ਸਤਿਗੁਰੂ ਜੀ ਗੁਰਤਾ ਸਿੰਘਾਸਨ ਬਖਸ਼ ਕੇ ਅੰਦਰ ਪ੍ਰਵੇਸ਼ ਹੋਏ। ਤੇ ਫਿਰ ਜਦੋਂ ਚੇਤਰ ਸੁਦੀ ਪੰਚਮੀ ਆਈ ਹੈ, ਅੱਜ ਦਾ ਦਿਨ ਆਇਆ ਹੈ, ਤਾਂ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਜਾ ਕੇ ਦਰਵਾਜ਼ਾ ਖੋਲ੍ਹਿਆ, ਉਸੇ ਤਰ੍ਹਾਂ ਚੌਂਕੜਾ ਮਾਰ ਕੇ ਬੈਠੇ, ਚਿਹਰੇ ਦਾ ਜੋ ਜਲਾਲ ਉਸੇ ਤਰ੍ਹਾਂ ਪ੍ਰਕਾਸ਼ ਰਿਹਾ ਹੈ, ਪਰ ਜੋਤ ਵਿੱਚੋਂ ਜਿਹੜੀ ਹੈ ਉਹ ਨਿਕਲ ਗਈ ਹੈ। ਤਦੋਂ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਨਾਲ ਲੈ ਕੇ ਤੇ ਸਾਰੀ ਜਿਹੜੀ ਅੰਤਮਲੀ ਦਾਹ ਸੰਸਕਾਰ ਦੀ ਕਿਰਿਆ ਸੀ ਉਹ ਗੁਰਮਰਜ਼ਾਦਾ ਅਨੁਸਾਰ ਸ੍ਰੀ ਪਤਾਲਪੁਰੀ ਸਾਹਿਬ ਵਿੱਚ ਹੀ ਸੰਪੰਨ ਕੀਤੀ। ਸੋ ਇਸ ਤਰ੍ਹਾਂ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਗੁਰਤਾ ਸਿੰਘਾਸਨ ਤੇ ਸਜੇ, ਤੇ ਸਜਣ ਤੋਂ 7 ਦਿਨ ਮਗਰੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਪਰਮ ਧਾਮ ਸੱਚਖੰਡ ਨੂੰ ਪਿਆਨਾ ਕਰ ਜਾਣਾ ਕੀਤਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਜੋਤੀ ਜੋਤ ਗੁਰਪੁਰਬ ਦਿਹਾੜੇ ਤੇ ਹਾਜ਼ਰੀਆਂ ਲਵਾ ਰਹੇ ਹੋ। ਆਪ ਗੁਰਮੁਖ ਗੁਰਸਿੱਖ ਸਤਿਗੁਰੂ ਕਿਰਪਾ ਕਰਨ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਦੇ ਹਾਂ। ਸਭ ਨੂੰ ਨਾਮ ਸਿਮਰਨ ਦੀਆਂ ਦਾਤਾਂ ਨਾਲ ਨਿਵਾਜਣ, ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਤੁਸ਼ ਬੁੱਧੀ ਹੈ, ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ, ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਕਰਨ। ਜਹੈ ਸੋ ਕਰੈ ਸ਼ਕਤ ਸਭ ਧਾਰੀ, ਨਹਿ ਕੁਛ ਅਟਕੈ ਜਿਨਹਾਂ ਅਗਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।